So today we have chapter number 16 light from class 8 ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਪ੍ਰਕਾਸ਼ ਦਾ ਵੀ ਨਾਮ ਦਿੰਦੇ ਆ। ਇਹਦੇ ਬਾਰੇ ਪੜਾਂਗੇ। ਸੋ ਕਾਫੀ ਤਰ੍ਹਾਂ ਦੇ ਜਿੱਥੇ ਗੱਲ ਕਰੀਏ ਵਰਡ ਇਜ਼ ਲਾਸ ਥਰੂ ਦਾ ਸੈਂਸਿਸ। ਅਸੀਂ ਆਪਣੀ ਸੈਂਸਿਸ ਜੋ ਹੈ ਉਹਦੇ ਥਰੂ ਦੁਨੀਆ ਨੂੰ ਜਾਣ ਸਕਦੇ ਹਾਂ। ਸਾਨੂੰ ਗਿਆਨ ਇੰਦਰੀਆਂ ਦਿੱਤੀਆਂ ਨੇ। ਸੋ ਜਿਹੜੀ ਲਾਈਟ ਸੈਂਸ ਕਰਨ ਦੀ ਪ੍ਰਵਿਰਤੀ ਇਹਨੂੰ ਸਾਈਟ ਕਹਿੰਦੇ ਨੇ। ਦ੍ਰਿਸ਼ਟੀ ਜਿਹੜੀ ਦ੍ਰਿਸ਼ਟੀ ਹੈ ਇਹ ਭਗਵਾਨ ਨੇ ਸਾਨੂੰ ਦਿੱਤੀ ਹੈ, ਨੇਚਰ ਨੇ ਦਿੱਤੀ ਹੈ। ਇਟ ਇਜ਼ ਵੈਰੀ ਇੰਪੋਰਟੈਂਟ ਥਿੰਗ। ਸੋ ਇਹਦੇ ਨਾਲ ਅਸੀਂ ਪਹਾੜ ਦੇਖਦੇ ਹਾਂ, ਨਦੀਆਂ, ਰੁੱਖ, ਪੌਦੇ, ਕੁਰਸੀ, ਲੋਕ, ਇਹ ਸਾਰੇ ਸਾਨੂੰ ਦੇਖਣ 'ਚ ਹੈਲਪ ਕਰਦੇ ਆ। ਅਸੀਂ ਬੱਦਲ ਦੇਖਦੇ ਹਾਂ, ਇੰਦਰ ਧਨੁਸ਼ ਦੇਖਦੇ ਹਾਂ, ਪੰਛੀ ਦੇਖਦੇ ਹਾਂ, ਆਸਮਾਨ ਦੇਖਦੇ ਹਾਂ। ਰਾਤ ਨੂੰ ਅਸੀਂ ਚੰਦਰਮਾ, ਤਾਰੇ ਦੇਖਦੇ ਹਾਂ। ਸੋ ਵਾਟ ਮੇਕਸ ਥਿੰਗਸ ਵਿਜ਼ੀਬਲ। ਹੁਣ ਕਿਹੜੀ ਵਜ੍ਹਾ ਨਾਲ ਸਾਨੂੰ ਜਿਹੜੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ। ਹੈਵ ਯੂ ਐਵਰ ਥੋਟ ਹਾਊ ਵੀ ਸੀ ਦਾ ਵੇਰੀਅਸ ਸਬਜੈਕਟ। ਕੀ ਕਦੀ ਵਿਦਿਆਰਥੀ ਤੁਸੀਂ ਸੋਚਿਆ ਸਾਨੂੰ ਚੀਜ਼ਾਂ ਕਿੱਦਾਂ ਦਿਖਾਈ ਦਿੰਦੀਆਂ ਨੇ। ਸਾਡੀਆਂ ਅੱਖਾਂ ਚੀਜ਼ਾਂ ਦੇਖਦੀਆਂ ਨੇ, ਠੀਕ ਹੈ ਨਾ। ਕੈਨ ਯੂ ਸੀ ਐਨ ਆਬਜੈਕਟ ਇਨ ਡਾਰਕ। ਕਿ ਤੁਸੀਂ ਹਨੇਰੇ 'ਚ ਕੋਈ ਚੀਜ਼ ਦੇਖ ਸਕਦੇ ਹੋ। ਇਟ ਮੀਨ ਡੈਟ ਆਈ ਅਲੋਨ ਕੈਨੋਟ ਸੀ ਐਨੀ ਆਬਜੈਕਟ। ਇਹਦਾ ਮਤਲਬ ਵੀ ਅੱਖਾਂ ਨਹੀਂ ਦੇਖ ਸਕਦੀਆਂ। ਸੋ ਇਹਦੇ ਵਾਸਤੇ ਸਾਨੂੰ ਲਾਈਟ ਚਾਹੀਦੀ ਹੈ। ਜਿਹੜੀ ਆਬਜੈਕਟ ਅਸੀਂ ਦੇਖਦੇ ਹਾਂ ਪਹਿਲੇ ਲਾਈਟ ਉਹ 'ਤੇ ਪੈਂਦੀ ਆ ਸੋਰਸ ਆਫ ਲਾਈਟ ਤੋਂ। ਜਿੱਦਾਂ ਸਨ ਲਗਾ ਲਓ, ਸਨ ਦੀ ਲਾਈਟ ਇਹ ਮੰਨ ਲਓ ਬੋਲ ਹੈ, ਇਹ 'ਤੇ ਪੈ ਰਹੀ ਹੈ। ਸੋ ਜਿਹੜੀ ਲਾਈਟ ਤੋਂ ਰਿਫਲੈਕਟ ਹੋਣੀ ਹੈ ਉਹ ਸਾਡੀਆਂ ਅੱਖਾਂ 'ਚ ਪੈਂਦੀ ਹੈ, ਫਿਰ ਸਾਨੂੰ ਦਿਖਾਈ ਦਿੰਦਾ ਹੈ। ਸੋ ਡੈਟਸ ਦਾ ਵੇ। ਸੋ ਸਾਡੀਆਂ ਅੱਖਾਂ ਇਕੱਲਾ ਦਿਖਾਈ ਨਹੀਂ ਦੇ ਸਕਦੀਆਂ। ਆਵਰ ਆਈਜ਼ ਕੈਨੋਟ ਸੀ, ਦੇ ਨੀਡ ਮੀਡੀਅਮ ਟੂ ਸੀ। ਲਾ ਆਫ ਰਿਫਲੈਕਸ਼ਨ। ਹੁਣ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਰਿਫਲੈਕਸ਼ਨ ਅਤੇ ਰਿਫਰੈਕਸ਼ਨ। ਇਹਦੇ ਵਿੱਚ ਅਸੀਂ ਪਰਿਵਰਤਨ ਦੀ ਗੱਲ ਕਰਾਂਗੇ। ਜਦੋਂ ਲਾਈਟ ਟਕਰਾ ਕੇ ਵਾਪਸ ਆਉਂਦੀ ਹੈ ਇਹਨੂੰ ਸਮਝਾਂਗੇ। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਇੱਕ ਵਾਈਡ ਪੇਪਰ ਜਿਹੜਾ ਹੈ ਉਹਨੂੰ ਲਿਆ, ਡਰਾਇੰਗ ਬੋਰਡ 'ਤੇ ਫਿਕਸ ਕੀਤਾ ਹੈ, ਠੀਕ ਹੈ ਜੀ। ਫਿਰ ਅਸੀਂ ਇੱਕ ਕੰਘੀ ਲਈ ਹੈ। ਕੰਘੀ ਦੀਆਂ ਜਿਹੜੀਆਂ ਸਾਈਡ ਦੀਆਂ ਸਾਈਡਸ ਹੈ ਇਹਨੂੰ ਅਸੀਂ ਕਾਲੇ ਪੇਪਰ ਨਾਲ ਕਵਰ ਕਰਤਾ। ਸਾਈਡ ਜਿਹੜੇ ਦੇ ਕੌਮਸ ਹੈ ਕੰਘੇ ਦੇ, ਜਿਹੜੇ ਬ੍ਰਿਸਲਸ ਹੁੰਦੇ ਆ, ਇਸ ਤਰੀਕੇ ਨਾਲ ਥੋੜ੍ਹੇ ਅਸੀਂ ਨੇਕਡ ਰੱਖਣੇ, ਬਾਕੀ ਅਸੀਂ ਇੱਥੋਂ ਕਵਰ ਕਰ ਦੇਣੇ, ਠੀਕ ਹੈ, ਜਿੰਨੀ ਸਾਨੂੰ ਲਾਈਟ ਚਾਹੀਦੀ ਹੈ। ਫਿਰ ਅਸੀਂ ਉਹਦੇ ਸਾਹਮਣੇ ਇੱਕ ਸ਼ੀਸ਼ਾ ਰੱਖਣਾ ਹੈ, ਪਲੇਨ ਮਿਰਰ, ਜਿਹੜਾ ਜਿਹ 'ਚ ਅਸੀਂ ਮੂੰਹ ਦੇਖਦੇ ਹਾਂ ਦਾ ਟੁਕੜਾ ਰੱਖਿਆ। ਅਤੇ ਦੂਸਰੀ ਸਾਈਡ ਤੁਸੀਂ ਟਾਰਚ ਦੀ ਲਾਈਟ ਮਾਰਾਂਗੇ। ਜਦੋਂ ਲਾਈਟ ਮਾਰੋਗੇ ਤੁਸੀਂ ਦੇਖੋਗੇ ਕਿ ਤੁਹਾਨੂੰ ਇੱਕ ਲਾਈਟ ਜਿਹੜੀ ਹੈ ਵਾਪਸ ਆਉਂਦੀ ਨਜ਼ਰ ਆਏਗੀ। ਜਿਹੜੀ ਲਾਈਟ ਇੱਥੇ ਟਕਰਾਏਗੀ ਉਹ ਵਾਪਸ ਆ ਜਾਏਗੀ ਇਸ ਤਰੀਕੇ ਨਾਲ, ਠੀਕ ਹੈ ਜੀ। ਸੋ ਜਿਹੜੀ ਲਾਈਟ ਟਕਰਾਉਂਦੀ ਹੈ, ਜਿਹੜੀ ਵਾਪਸ ਆਉਂਦੀ ਹੈ, ਉਹਦੇ ਵਿੱਚ ਕਿਹੜਾ ਰਿਲੇਸ਼ਨ ਹੈ ਸਾਰਾ ਅਸੀਂ ਦੇਖਾਂਗੇ। ਸੋ ਆਫਟਰ ਸਟ੍ਰਾਈਕਿੰਗ ਦਾ ਮਿਰਰ ਜਿਹੜੀ ਲਾਈਟ ਵਾਪਸ ਆ ਜਾਂਦੀ ਹੈ ਦੂਸਰੀ ਡਾਇਰੈਕਸ਼ਨ 'ਚ, ਯਾਨੀ ਅਸੀਂ ਜਿਸ ਦਿਸ਼ਾ ਦੇ ਵਿੱਚ ਪ੍ਰਕਾਸ਼ ਨੂੰ ਸ਼ੀਸ਼ੇ ਦੇ ਉੱਤੇ ਪਾਵਾਂਗੇ ਤਾਂ ਉਲਟ ਦਿਸ਼ਾ 'ਤੇ ਵਾਪਸ ਆਏਗੀ। ਸੋ ਜਿਹੜੀ ਪ੍ਰਕਾਸ਼ ਦੀ ਕਿਰਨ ਅਸੀਂ ਸ਼ੀਸ਼ੇ 'ਤੇ ਪਾਵਾਂਗੇ ਉਹਨੂੰ ਅਸੀਂ ਕਹਾਂਗੇ ਇਨਸੀਡੈਂਟ ਰੇ। ਇਹਨੂੰ ਅਸੀਂ ਆਪਾਤੀ ਕਿਰਨ ਵੀ ਕਹਿੰਦੇ ਹਾਂ, ਆਪਾਤੀ ਕਿਰਨ। ਦੂਸਰੀ ਕਿਰਨ ਜਿਹੜੀ ਵਾਪਸ ਆਉਂਦੀ ਹੈ ਉਹਨੂੰ ਅਸੀਂ ਕਹਿੰਦੇ ਪਰਿਵਰਤਿਤ ਕਿਰਨ, ਜਿਹੜੀ ਵਾਪਸ ਆਏਗੀ, ਠੀਕ ਹੈ। ਸੋ ਦੂਸਰੇ ਮੀਡੀਅਮ 'ਚ ਵਾਪਸ ਆ ਜਾਂਦੀ ਹੈ, ਯਾਨੀ ਉਲਟ ਦਿਸ਼ਾ 'ਚ ਵਾਪਸ ਆਉਂਦੀ ਹੈ। ਏ ਰੇ ਆਫ ਲਾਈਟ ਇਜ਼ ਐਨ ਆਈਡਲਾਈਜੇਸ਼ਨ। ਇਨ ਰਿਐਲਿਟੀ ਵੀ ਹੈਵ ਏ ਨੈਰੋ ਬੀਮ ਆਫ ਲਾਈਟ ਵਿਚ ਇਜ਼ ਮੇਡ ਆਫ ਸੈਵਰਲ ਰੇਜ਼। ਸੋ ਜਿਹੜੀ ਲਾਈਟ ਦੀ ਕਿਰਨ ਹੈ ਉਹ ਇੱਕ ਇਮੈਜੀਨੇਸ਼ਨ ਹੈ, ਆਈਡੀਆ ਹੈ। ਬਟ ਜਿਹੜੀ ਸੂਰਜ ਦੀ ਰੋਸ਼ਨੀ ਉਹ ਕਈ ਤਰ੍ਹਾਂ ਦੀਆਂ ਲਾਈਟਾਂ ਤੋਂ ਬਣੀ ਹੁੰਦੀ ਹੈ। ਤਾਂ ਅਸੀਂ ਇੱਕ ਸਿੰਗਲ ਲਾਈਟ ਹੀ ਯੂਜ਼ ਕਰਦੇ ਹਾਂ। ਹੁਣ ਅਸੀਂ ਇਹਨੂੰ ਸਮਝਾਉਣ ਦੇ ਵਾਸਤੇ ਇੱਥੇ ਲਾਈਨਸ ਡਰਾ ਕਰਾਂਗੇ ਪਲੇਨ ਮਿਰਰ ਦੇ ਬਾਰੇ। ਜਿਸ ਤਰ੍ਹਾਂ ਇਹ ਲਾਈਟ ਡਰਾ ਕੀਤੀ ਇੱਕ ਸਾਈਡ 'ਤੇ, ਇੱਕ ਪਲੇਨ ਮਿਰਰ ਹੈ, ਠੀਕ ਹੈ, ਇੱਕ ਸਾਈਡ 'ਤੇ ਪੋਲਿਸ਼ ਹੋਇਆ। ਫਿਰ ਅਸੀਂ ਮਿਰਰ ਨੂੰ ਅਤੇ ਕੰਘੇ ਨੂੰ ਹਟਾ ਦਿੱਤਾ, ਉਹਨੂੰ ਅਸੀਂ ਡਰਾ ਕਰ ਲਿਆ ਜਿੱਥੇ ਸ਼ੀਸ਼ਾ ਰੱਖਿਆ ਸੀ। ਫਿਰ ਅਸੀਂ ਸੈਂਟਰ 'ਚ 90 ਡਿਗਰੀ ਦਾ ਕੋਣ ਬਣਾ ਲਿਆ। ਇੱਕ ਸਾਈਡ ਤੋਂ ਲਾਈਨ ਇੱਦਾਂ ਨੂੰ ਆਏਗੀ, ਕਿੱਦਾਂ ਨੂੰ, ਇੱਧਰੋਂ ਲਾਈਟ ਪੈ ਰਹੀ ਹੈ, ਇੱਧਰੋਂ ਲਾਈਟ ਵਾਪਸ ਆ ਰਹੀ ਹੈ। ਇਹ ਜਿਹੜਾ ਸੈਂਟਰ 'ਤੇ ਜਿਹੜੀ ਲਾਈਨ ਖਿੱਚੀ ਹੈ ਇਹਨੂੰ ਅਸੀਂ ਕਹਾਂਗੇ ਨੋਰਮਲ। ਨੋਰਮਲ ਨੂੰ ਅਸੀਂ ਕਹਿੰਦੇ ਹਾਂ ਅਭਿਲੰਬ। ਇਹ ਸਮਝਾਉਣ ਦੇ ਵਾਸਤੇ ਹੈ। ਸੋ ਵਿਦਿਆਰਥੀ ਇਹਦੇ ਵਿੱਚ ਤੁਸੀਂ ਇੱਥੇ ਦੇਖੋਗੇ ਇਸ ਤਰ੍ਹਾਂ ਦਾ ਇੱਥੇ ਨਜ਼ਰ ਆਏਗਾ ਜਦੋਂ ਬਣਾਓਗੇ। ਸੋ ਇਹ ਜਿਹੜੀ ਕਿਰਨ ਵਾਪਸ ਆਈ ਹੈ, ਇਹ ਕਿਰਨ ਜਿਹੜੀ ਪਾਈ ਹੈ, ਇਹਦੇ ਵਿੱਚ ਐਂਗਲ ਹੈ। ਜਿਹੜੀ ਲਾਈਟ ਪਏਗੀ ਉਹਦਾ ਐਂਗਲ ਹੈ ਆਈ। ਜਿਹੜਾ ਐਂਗਲ ਆਈ ਹੈ ਉਹਨੂੰ ਕਹਾਂਗੇ ਐਂਗਲ ਆਫ ਇਨਸੀਡੈਂਸ। ਜਿਹੜਾ ਐਂਗਲ ਵਾਪਸ ਆਈ ਹੈ ਲਾਈਟ ਆਰ, ਉਹ ਐਂਗਲ ਆਫ ਰਿਫਲੈਕਸ਼ਨ। ਇਹ ਕੋਣ ਹਮੇਸ਼ਾ ਬਰਾਬਰ ਹੁੰਦੇ ਨੇ। ਇਟ ਇਜ਼ ਦਾ ਲਾ ਆਫ ਰਿਫਲੈਕਸ਼ਨ। ਸੋ ਇਹਨੂੰ ਤੁਸੀਂ ਕੈਲਕੂਲੇਟ ਕਰਕੇ ਦੇਖ ਸਕਦੇ ਹੋ ਵੀ ਇਨਸੀਡੈਂਟ ਅਤੇ ਰਿਫਲੈਕਟਡ ਐਂਗਲ ਹਮੇਸ਼ਾ ਤੁਹਾਡੇ ਬਰਾਬਰ ਆਉਣਗੇ। ਸੋ ਐਂਗਲ ਆਫ ਇਨਸੀਡੈਂਸ ਇਜ਼ ਆਲਵੇਜ਼ ਇਕੁਅਲ ਟੂ ਐਂਗਲ ਆਫ ਰਿਫਲੈਕਸ਼ਨ। ਤਾਂ ਇਹਨੂੰ ਅਸੀਂ ਲਾ ਆਫ ਰਿਫਲੈਕਸ਼ਨ ਕਹਿੰਦੇ ਹਾਂ, ਪਰਿਵਰਤਨ ਦਾ ਨਿਯਮ। ਉਹਦੇ ਬਾਅਦ ਇੱਕ ਐਕਟੀਵਿਟੀ 6.1 ਕੀਤੀ ਹੈ।
ਇਹ 'ਚ ਕੀ ਹੈ, ਵਟ ਵੁੱਡ ਹੈਪਨ ਇਫ ਦਾ ਥਰੂ ਦਾ ਲਾਈਟ ਔਨ ਦਾ ਮਿਰਰ ਅਲੋਂਗ ਨੋਰਮਲ। ਜੇ ਅਸੀਂ ਨੋਰਮਲ ਤੋਂ ਲਾਈਟ ਥਰੂ ਕਰਾਂਗੇ ਤਾਂ ਉਹ ਲਾਈਟ ਉੱਥੋਂ ਹੀ ਵਾਪਸ ਆ ਜਾਏਗੀ, ਯਾਨੀ ਇੱਥੋਂ ਭੇਜਾਂਗੇ ਤਾਂ ਇੱਥੋਂ ਲਾਈਟ ਵਾਪਸ ਆ ਜਾਏਗੀ। ਠੀਕ ਹੈ ਜੀ। ਸੋ ਇਹਦੇ ਵਾਸਤੇ ਕੀ ਕੀਤਾ, ਐਕਟੀਵਿਟੀ 16.1 ਜੋ ਹੈ ਇਹਦੇ ਵਿੱਚ ਸ਼ੀਟ ਲਈਆਂ, ਜੋ ਪੇਪਰ ਜਿਹੜਾ ਲਿਆ ਸੀ, ਠੀਕ ਹੈ ਨਾ। ਉਹਦੇ ਬਾਅਦ ਅਸੀਂ ਮਿਡਲ ਜਿਹੜਾ ਹੈ ਕੱਟ ਦਾ ਪ੍ਰੋਜੈਕਟਿੰਗ ਪੋਰਸ਼ਨ ਆਫ ਸ਼ੀਟ ਇਨ ਮਿਡਲ, look at the reflector ray and make sure that the reflector ray extend to the projector portion of paper, bend that part of the projector portion which the reflector ray falls। ਉਹਨੂੰ ਇੱਕ ਜਗ੍ਹਾ ਤੋਂ ਬੈਂਡ ਕਰ ਦੇਣਾ ਸੀ, ਉਹਨੂੰ ਕਵਰ ਕਰ ਦੇਣਾ। ਸੋ ਇੱਥੇ ਤੁਸੀਂ ਦੇਖੋਗੇ ਕਿ ਲਾਈਟ ਜਿਹੜੀ ਪੈ ਰਹੀ ਹੈ, ਕੈਨ ਯੂ ਸੀ ਦਾ ਰਿਫਲੈਕਟਰ ਰੇ ਅਗੇਨ। ਹੁਣ ਅਸੀਂ ਸ਼ੀਸ਼ਾ ਹੈ, ਇਹ ਟਾਰਚ ਮਾਰ ਰਹੇ ਹਾਂ, ਲਾਈਟ ਇੱਥੋਂ ਪੈ ਰਹੀ ਹੈ, ਵਾਪਸ ਆ ਰਹੀ, ਰਿਫਲੈਕਟਰ ਰੇ ਹੈ। ਹੁਣ ਅਸੀਂ ਪੇਪਰ ਨੂੰ ਥੱਲੇ ਫੜ ਕੇ ਬੈਂਡ ਕਰ ਰਹੇ ਹਾਂ। ਤੁਸੀਂ ਦੇਖ ਰਹੇ ਹੋ ਪੇਪਰ ਦੇ ਵਿੱਚ ਜੋ ਕਰਤਾ ਐਕਸਪੈਰੀਮੈਂਟ ਕਰ ਰਿਹਾ, ਇੱਥੋਂ ਇਹਨੂੰ ਬੈਂਡ ਕਰ ਰਿਹਾ। ਜਦੋਂ ਬੈਂਡ ਕਰ ਦੇਗਾ ਤਾਂ ਲਾਈਟ ਸਾਨੂੰ ਜਿਹੜੀ ਮੁੜਦੀ ਹੋਈ ਨਜ਼ਰ ਨਹੀਂ ਆਏਗੀ। ਸੋ ਇੱਥੋਂ ਕੀ ਨਜ਼ਰ ਆਉਂਦਾ ਹੈ, ਇੰਸੀਡੈਂਟ ਰੇ, ਰਿਫਲੈਕਟਰ ਰੇ ਐਂਡ ਨਾਰਮਲ ਐਟ ਦਾ ਪੁਆਇੰਟ ਆਫ ਇੰਸੀਡੈਂਟ ਲਾਈ ਇਨ ਸੇਮ ਪਲੇ। ਸੋ ਇਹਦਾ ਕਹਿਣ ਦਾ ਮੀਨਿੰਗ ਹੈ ਵੀ ਜੋ ਵੀ ਇਹ ਕਿਰਿਆ ਹੁੰਦੀ ਹੈ, ਰਿਫਲੈਕਸ਼ਨ ਇੱਕ ਪਲੇਨ ਦੇ ਵਿੱਚ ਹੁੰਦੀ ਹੈ, ਇੱਕ ਤਲ ਵਿੱਚ ਹੁੰਦੀ ਹੈ। ਜਦੋਂ ਅਸੀਂ ਪੇਪਰ ਨੂੰ ਮੋੜ ਦਿੰਦੇ ਹਾਂ ਉਹ ਦੂਸਰੇ ਤਲ ਵਿੱਚ ਲਾਈਟ ਚੱਲ ਜਾਂਦੀ, ਇਸ ਲਈ ਸਾਨੂੰ ਨਜ਼ਰ ਨਹੀਂ ਆਉਂਦੀ। ਸੋ ਪਲੇਨ ਆਫ ਜਿਹੜਾ ਪੇਪਰ ਹੈ ਇੱਕ ਤਲ ਦੱਸਦਾ ਹੈ। ਇਹਦੇ ਵਿੱਚ ਜਿਹੜੀ ਇੰਸੀਡੈਂਟ ਰੇ ਹੈ, ਰਿਫਲੈਕਟਡ ਰੇ ਹੈ, ਨਾਰਮਲ ਹੈ, ਇਹ ਸਾਰੇ ਇੱਕ ਪਲੇਨ ਵਿੱਚ ਹੀ ਇਹ ਕਰਨਗੇ। ਸੋ ਇੰਸੀਡੈਂਟ ਰੇ, ਨਾਰਮਲ ਐਟ ਦਾ ਪੁਆਇੰਟ ਆਫ ਇੰਸੀਡੈਂਟ ਐਂਡ ਰਿਫਲੈਕਟਰ ਰੇ ਆਲਵੇਜ਼ ਲਾਈ ਇਨ ਸੇਮ ਪਲੇਨ। ਠੀਕ ਹੈ ਜੀ। ਇਹ ਇੱਕ ਦੂਸਰਾ ਲਾ ਹੈ ਰਿਫਲੈਕਸ਼ਨ ਦਾ। ਇੱਕ ਲਾ ਤੁਸੀਂ ਪੜ੍ਹਿਆ ਐਂਗਲ ਆਈ ਇਕੁਅਲ ਟੂ ਐਂਗਲ ਆਰ, ਦੂਸਰਾ ਤੁਸੀਂ ਪੜ੍ਹਿਆ ਇੰਸੀਡੈਂਟ ਰੇ, ਰਿਫਲੈਕਟਡ ਰੇ ਐਂਡ ਨਾਰਮਲ ਇੱਕ ਪਲੇਨ 'ਚ ਹੁੰਦੇ ਆ। ਸੋ ਪਹੇਲੀ ਤੇ ਬੂਜ਼ੋ ਨੇ ਜਿਹੜਾ ਇਹ ਐਕਟੀਵਿਟੀਜ਼ ਕੀਤੀ ਕਲਾਸਰੂਮ ਦੇ ਵਿੱਚ ਬਾਹਰ ਸੂਰਜ ਦੀ ਰੋਸ਼ਨੀ ਦੇ ਵਿੱਚ, ਕੀ ਉਹ ਇਹ ਚੀਜ਼ਾਂ ਸਾਰੀਆਂ ਸੇਮ ਹੋਏਗਾ ਇਹਦੇ ਵਿੱਚ। ਸੋ ਦੀਜ਼ ਐਕਟੀਵਿਟੀ ਜਿਹੜੀ ਹੈ ਇਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਰੇ ਸਟ੍ਰਿਕ ਆਪਰੇਟਸ ਹੁੰਦਾ ਹੈ ਅਵੇਲੇਬਲ ਇਨ ਕਿੱਟ ਪ੍ਰਪੇਅਰਡ ਬਾਏ NCERT। ਇਹਦੇ ਨਾਲ ਵੀ ਅਸੀਂ ਇਹਨੂੰ ਕਰਕੇ ਦੇਖ ਸਕਦੇ ਹਾਂ, ਕਿਉਂਕਿ ਜਿਹੜੀ ਸੂਰਜ ਦਾ ਪ੍ਰਕਾਸ਼ ਉਹ ਕਈ ਜਗ੍ਹਾ ਤੋਂ ਖਿੰਡੜ ਕੇ ਆਉਂਦਾ, ਉਹਦੇ ਵਿੱਚ ਅਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਕਿਉਂਕਿ ਉਹ ਕਈ ਪਲੇਨ 'ਤੇ ਪੈ ਰਿਹਾ। ਇਸ ਲਈ ਇਹਨੂੰ ਕਰਨ ਦੇ ਵਾਸਤੇ ਸਾਨੂੰ ਟਾਰਚ ਦੀ ਲੋੜ ਪਏਗੀ। ਸੋ ਬੂਜੋ ਰਿਮੈਂਬਰ ਡੈਟ 7ਵੀਂ ਕਲਾਸ ਦੇ ਵਿੱਚ ਉਹਨੇ ਇੱਕ ਸ਼ੀਸ਼ੇ ਦਾ ਐਕਸਪੈਰੀਮੈਂਟ ਕੀਤਾ ਸੀ, ਪਲੇਨ ਮਿਰਰ, ਤਾਂ ਉਹਨਾਂ ਇਮੇਜ ਬਣਦਾ ਦੇਖਿਆ ਸੀ। ਬਾਜ ਦਾ ਇਮੇਜ ਡਾਇਰੈਕਟ ਔਰ ਅਪ ਔਰ ਡਾਊਨ, ਕਿ ਜਿਹੜਾ ਇਮੇਜ ਜਿਹੜਾ ਸ਼ੀਸ਼ੇ 'ਚ ਬਣਦਾ ਮਿਰਰ 'ਚ, ਕਿ ਉਹ ਸਿੱਧਾ ਸੀ, ਅਪ ਸੀ ਜਾਂ ਡਾਊਨ ਸੀ, ਕਿ ਸਾਈਜ਼ ਆਬਜੈਕਟ ਦਾ ਸੇਮ ਸੀ, ਕਿ ਸਾਈਜ਼ ਉਹਦਾ ਵੱਡਾ ਸੀ, ਕਿ ਇਮੇਜ ਜਿਹੜਾ ਪਿੱਛੇ ਬਣਿਆ ਮਿਰਰ ਦੇ, ਕਿ ਉਹ ਸਕਰੀਨ 'ਤੇ ਇਮੇਜ ਆ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਮੇਜ ਫਾਰਮੇਸ਼ਨ ਦੇ ਵਾਸਤੇ ਦੱਸਦੀਆਂ। ਸੋ ਇਹਦੇ ਵਿੱਚ 16.3 ਇੱਕ ਐਕਟੀਵਿਟੀ ਹੈ, ਸੋਰਸ ਆਫ ਲਾਈਟ ਜਿਹੜਾ ਉਹ ਹੈ। ਠੀਕ ਹੈ ਜੀ। ਇਹਨੂੰ ਸਾਰਾ ਮੈਂ ਇੱਥੋਂ ਡਾਇਗਰਾਮ ਤੋਂ ਸਮਝਾ ਦਿੰਦਾ ਜੀ, ਇਹ ਤੁਸੀਂ ਦੇਖ ਸਕਦੇ ਹੋ। ਜਿਹੜੀ 16.3 ਐਕਟੀਵਿਟੀ ਹੈ, ਇਹ ਇੱਥੋਂ ਤੁਸੀਂ ਦੇਖਿਆ ਹੈ ਜੀ, ਇੱਥੋਂ ਸਮਝ ਲਿਆ ਵੀ ਕਿਸ ਤਰ੍ਹਾਂ ਲਾਈਟ ਜਿਹੜੀ ਹੈ ਪੈਂਦੀ ਹੈ। ਠੀਕ ਹੈ ਨਾ। ਅਤੇ ਇਹ ਇਹਨਾਂ ਨੇ ਇੱਥੇ ਗਲਤ ਲੇਬਲ ਕੀਤਾ ਹੈ। ਇਹਦੇ ਵਿੱਚ 16.5 ਫਿਗਰ ਹੀ ਹੈ, ਇਹ ਤੁਹਾਨੂੰ ਸਮਝਾਏਗੀ ਕੀ ਸ਼ੋ ਹੋ ਰਿਹਾ ਇਹਦੇ ਵਿੱਚ। ਦੇਖੋ ਇਹ ਇੱਕ ਮਿਰਰ ਹੈ ਜੀ, ਪਲੇਨ P ਤੇ ਕਿਊ, ਇੱਕ ਸਾਈਡ 'ਤੇ ਇਹਦੇ ਪੋਲਿਸ਼ ਕੀਤਾ, ਇਸ ਤੋਂ ਲਾਈਟ ਪੈ ਰਹੀ ਹੈ ਜੀ। ਠੀਕ ਹੈ। ਇਹ ਉਹ ਇੱਕ ਸੋਰਸ ਆਫ ਲਾਈਟ ਹੈ, ਸੋਰਸ ਹੈ, ਟਾਰਚ ਹੋ ਸਕਦੀ ਹੈ ਔਰ ਰੇ ਲਾਈਟ ਕੁਛ ਵੀ ਹੋ ਸਕਦਾ ਹੈ, ਮੋਮਬੱਤੀ ਹੋ ਸਕਦੀ ਹੈ। ਇਹ ਸ਼ੀਸ਼ੇ 'ਤੇ ਲਾਈਟ ਪੈ ਰਹੀ ਹੈ। ਇਹ ਲਾਈਟ ਜਦੋਂ ਵਾਪਸ ਆ ਰਹੀ ਹੈ, ਇਹ ਕਿਰਨ ਇੱਥੋਂ ਵਾਪਸ ਆ ਰਹੀ ਹੈ, ਇੱਥੋਂ ਵਾਪਸ ਆ ਰਹੀ ਹੈ, ਅੱਖ 'ਚ ਪੈ ਰਹੀ ਹੈ। ਸੋ ਇਮੇਜ ਜਿਹੜਾ ਹੈ ਸਾਨੂੰ ਪਿੱਛੇ ਬਣਦਾ ਨਜ਼ਰ ਆ ਰਿਹਾ, ਪਰ ਐਕਚੁਅਲ 'ਚ ਪਿੱਛੇ ਨਹੀਂ ਹੈ, ਪਰ ਸਾਨੂੰ ਇੱਥੇ ਪ੍ਰਤੀਤ ਹੋ ਰਿਹਾ ਬਣਦਾ। ਸੋ ਆਈ ਜੋ ਹੈ ਇੱਥੇ ਸਾਨੂੰ ਇਮੇਜ ਅਪੀਅਰ ਹੋਏਗਾ। ਸਿੰਸ ਦਾ ਰਿਫਲੈਕਟਡ ਰੇ ਡੂ ਨੋਟ ਐਕਚੁਅਲੀ ਮੀਟ ਐਟ ਆਈ। ਰਿਫਲੈਕਟਡ ਰੇ ਜਿਹੜੀ ਆ ਆਈ 'ਤੇ ਮੀਟ ਨਹੀਂ ਕਰ ਰਹੀ। ਜਿਹੜੀ ਲਾਈਟ ਇੱਥੇ ਵਾਪਸ ਆ ਰਹੀ ਹੈ ਉਹ ਤੁਹਾਡੀ ਅੱਖ 'ਤੇ ਪੈ ਰਹੀ ਹੈ, ਬਟ ਸਾਨੂੰ ਇਹਦੇ ਅਪਰੋਕਸੀਮੇਟਲੀ ਇੱਥੇ ਪ੍ਰਤੀਤ ਹੋਏਗਾ ਜੀ। ਠੀਕ ਹੈ ਜੀ। ਸੋ ਇਹ ਜਿਹੜਾ ਇਮੇਜ ਹੈ ਇਹ ਵਰਚੁਅਲ ਹੈ। ਜਿਹੜਾ ਇਮੇਜ ਸ਼ੀਸ਼ੇ ਦੇ ਪਿਛਲੇ ਪਾਸੇ ਬਣਦਾ ਹੈ ਉਹਨੂੰ ਵਰਚੁਅਲ ਕਹਿੰਦੇ ਆ, ਇਹਨੂੰ ਅਸੀਂ ਸਕਰੀਨ 'ਤੇ ਨਹੀਂ ਲੈ ਸਕਦੇ। ਦੂਸਰਾ ਇਹਦੇ ਵਿੱਚ ਦਾ ਗੱਲ ਕੀਤੀ ਹੈ ਜੀ ਲੇਟਰਲ ਇਨਵਰਜਨ। You may recall that in an image formed by mirror, the left of object appear to the right। ਸ਼ੀਸ਼ੇ ਦੇ ਵਿੱਚ ਅਸੀਂ ਜਿਹੜਾ ਖੱਬਾ ਹੱਥ ਹੈ ਸਾਨੂੰ ਸੱਜਾ ਨਜ਼ਰ ਆਉਂਦਾ, ਸੱਜਾ ਖੱਬਾ ਆਉਂਦਾ, ਇਹਨੂੰ ਅਸੀਂ ਲੇਟਰਲ ਇਨਵਰਜਨ ਦਾ ਨਾਮ ਦਿੰਦੇ ਹਾਂ। ਬਾਕੀ ਇਹਦੇ ਵਿੱਚ ਵਿਦਿਆਰਥੀਆਂ ਦੀ ਰੈਗੂਲਰ ਅਤੇ ਡਿਫਿਊਜ਼ ਰਿਫਲੈਕਸ਼ਨ। ਰੈਗੂਲਰ ਰਿਫਲੈਕਸ਼ਨ ਜਿਹੜੀ ਇੱਕ ਤਰ੍ਹਾਂ ਦੀ ਇੱਕ ਤਲ ਵਿੱਚ ਰਿਫਲੈਕਸ਼ਨ ਚੱਲਦੀ ਹੈ, ਅਤੇ ਇੱਕ ਜਿਹੜੀ ਉੱਬੜ ਖਾਬੜ ਰਿਫਲੈਕਸ਼ਨ ਹੁੰਦੀ ਹੈ, ਇਹਨੂੰ ਇੱਥੋਂ ਸਮਝ ਸਕਦੇ ਹਾਂ। ਹੁਣ ਤੁਸੀਂ ਇਹ ਦੇਖੋ ਜੀ, ਇਹ ਲਾਈਟ ਪੈ ਰਹੀ ਹੈ ਜੀ। ਠੀਕ ਹੈ। ਇਹ ਉੱਬੜ ਖਾਬੜ ਸਰਫੇਸ ਹੈ, ਜਿਗ ਜੈਗ, ਇਹ ਪਲੇਨ ਸਰਫੇਸ ਨਹੀਂ ਹੈ। ਦੂਸਰਾ ਇਹਦੇ ਵਿੱਚ ਦੇਖੋ ਜੀ ਲਾਈਟ ਕਿੱਧਰ ਰਿਫਲੈਕਟ ਹੋ ਰਹੀ ਹੈ,
ਹੁਣ ਇਹਦੀ ਕਿਰਨ ਇੱਧਰ ਨੂੰ ਆ ਗਈ, ਇਹਦੀ ਇੱਧਰ ਨੂੰ ਆ ਗਈ, ਉਬੜ ਖਾਬੜ ਰਿਫਲੈਕਸ਼ਨ ਹੋਏਗੀ। ਇਹਨੂੰ ਅਸੀਂ ਕਹਿੰਦੇ ਇਰੈਗੂਲਰ ਡਿਫਰੈਕਸ਼ਨ ਜਾਂ ਡਿਫਿਊਜ਼। ਵੀ ਨਾਲ ਦਾ ਪੈਰਲਰ ਰੇ ਰਿਫਲੈਕਟ ਫਰੋਮ ਏ ਪਲੇਨ ਆਫ ਸਰਫੇਸ ਵਿਦ ਨੋਟ ਪੈਰਲਰ। ਜਿਹੜਾ ਸਰਫੇਸ ਹੈ ਉਹ ਪੈਰਲਰ ਨਹੀਂ ਹੈ, ਪਲੇਨ ਨਹੀਂ ਹੈ, ਤੋ ਇਹਨੂੰ ਡਿਫਿਊਜ਼ ਦਾ ਇਰੈਗੂਲਰ ਰਿਫਲੈਕਸ਼ਨ ਕਹਿੰਦੇ ਆ। ਰਿਮੈਂਬਰ ਡੈਟ ਡਿਫਿਊਜ਼ ਰਿਫਲੈਕਸ਼ਨ ਇਜ਼ ਨੋਟ ਡਿਊ ਟੂ ਦਾ ਫੇਲੀਅਰ ਆਫ ਲਾ ਆਫ ਰਿਫਲੈਕਸ਼ਨ, ਇਟ ਇਜ਼ ਕੋਜ਼ ਬਾਈ ਇਰੈਗੂਲੈਰਿਟੀ ਇਨ ਦਾ ਰਿਫਲੈਕਟਿੰਗ ਸਰਫੇਸ। ਸੋ ਇੱਥੇ ਲਾ ਆਫ ਰਿਫਲੈਕਸ਼ਨ ਫੇਲੀਅਰ ਨਹੀਂ ਹੁੰਦਾ, ਬਟ ਸਰਫੇਸ ਦੀ ਵਜ੍ਹਾ ਨਾਲ ਹੁੰਦਾ ਹੈ। ਲਾ ਆਫ ਰਿਫਲੈਕਸ਼ਨ ਹਮੇਸ਼ਾ ਕੰਮ ਕਰਦਾ। ਹੁਣ ਇਹ ਦੇਖੋ ਜੀ, ਸਮੂਥ ਸਰਫੇਸ ਹੈ, ਸਿੱਧਾ ਸ਼ੀਸ਼ਾ ਪਿਆ, ਇੱਥੋਂ ਲਾਈਟ ਜਿੱਥੋਂ ਵੀ ਮਰਜ਼ੀ ਪਾਓ ਉਹ ਇੱਕ ਰੈਗੂਲਰ ਪੈਟਰਨ ਦੇ ਵਿੱਚ ਵਾਪਸ ਜਾਏਗੀ। ਠੀਕ ਹੈ, ਇਹਦੀ ਲਾਈਟ ਇੱਦਾਂ ਜਾ ਰਹੀ ਹੈ, ਇਹਦੀ ਇੱਧਰ ਜਾ ਰਹੀ ਹੈ, ਇਹਦੀ ਇੱਧਰ ਜਾ ਰਹੀ ਹੈ। ਇਹਨੂੰ ਅਸੀਂ ਕਹਿੰਦੇ ਹਾਂ ਰੈਗੂਲਰ, ਇੱਕ ਆਵਰਤੀ ਦੇ ਵਿੱਚ, ਇੱਕ ਤਰੀਕੇ ਦੇ ਨਾਲ। ਠੀਕ ਹੈ ਜੀ। ਡੂ ਵੀ ਸੀ ਆਲ ਦਾ ਆਬਜੈਕਟ ਡਿਊ ਟੂ ਰਿਫਲੈਕਟਡ ਲਾਈਟ। ਕਿ ਸਾਰੀਆਂ ਚੀਜ਼ਾਂ ਸਾਨੂੰ ਦਿਖਾਈ ਦਿੰਦੀਆਂ ਨੇ ਵੀ ਜਿਹੜੀ ਲਾਈਟ ਉੱਤੋਂ ਰਿਫਲੈਕਟ ਹੁੰਦੀ ਤਾਂ ਹੀ ਦਿਖਾਈ ਦਿੰਦੀਆਂ ਨੇ। ਸਹੀ ਗੱਲ ਹੈ, ਤਾਂ ਹੀ ਦਿਖਾਈ ਦਿੰਦੀਆਂ ਨੇ। ਪਰ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ, ਜਿੱਦਾਂ ਸੂਰਜ ਹੈ, ਤਾਰੇ ਹੈ, ਹੋਰ ਵੀ ਉਹਨਾਂ ਦਾ ਆਪਣਾ ਪ੍ਰਕਾਸ਼ ਹੁੰਦਾ, ਉਹ ਸਿੱਧਾ ਸਾਡੀ ਅੱਖ 'ਚ ਪੈਂਦਾ। ਇਸ ਲਈ ਜਿਹੜੀ ਚੀਜ਼ ਆਪਣਾ ਪ੍ਰਕਾਸ਼ ਛੱਡਦੀ ਹੈ ਉਹਨੂੰ ਅਸੀਂ ਦੇਖ ਸਕਦੇ ਹਾਂ, ਉਹਦੇ ਵਾਸਤੇ ਰਿਫਲੈਕਟਡ ਰੇ ਦੀ ਲੋੜ ਨਹੀਂ ਹੈ। ਬਟ ਜਿੱਦਾਂ ਚੰਦਰਮਾ ਹੈ, ਧਰਤੀ ਹੈ, ਜੋ ਪ੍ਰਕਾਸ਼ ਚੰਦਰਮਾ 'ਤੇ ਪੈਂਦਾ ਹੈ ਉਹ ਵਾਪਸ ਸਾਡੀ ਅੱਖਾਂ 'ਤੇ ਪੈਂਦਾ, ਇਸ ਲਈ ਅਸੀਂ ਮੂਨ ਨੂੰ ਦੇਖਦੇ ਹਾਂ। ਠੀਕ ਹੈ ਜੀ। ਜਿਹਨਾਂ ਦੀ ਆਪਣੀ ਲਾਈਟ ਹੁੰਦੀ ਹੈ ਉਹ ਸਿੱਧੀ ਲਾਈਟ ਸਾਡੀ ਅੱਖ 'ਚ ਪੈਂਦੀ ਹੈ, ਉਹਨੂੰ ਰਿਫਲੈਕਟਡ ਰੇ ਦੀ ਲੋੜ ਨਹੀਂ ਪੈਂਦੀ। ਸੋ ਇਹਨਾਂ ਵਸਤੂਆਂ ਨੂੰ ਅਸੀਂ ਕਹਿੰਦੇ ਹਾਂ ਲੂਮੀਨਸ ਆਬਜੈਕਟ, ਜਿਹੜਾ ਪ੍ਰਕਾਸ਼ ਛੱਡਦੀਆਂ ਨੇ। ਰਿਫਲੈਕਟਡ ਲਾਈਟ ਕੈਨ ਬੀ ਰਿਫਲੈਕਟਡ ਅਗੇਨ। ਹੁਣ ਜਿਹੜੀ ਰਿਫਲੈਕਟਡ ਲਾਈਟ ਹੈ ਉਹਨੂੰ ਵਾਪਸ ਫਿਰ ਰਿਫਲੈਕਟ ਕਰ ਸਕਦੇ ਹਾਂ ਜੀ। ਸੋ ਇਹਦੇ ਵਿੱਚ ਕੀ ਹੈ, ਬੈਠੇ ਹੈ ਮਿਰਰ ਦੇ ਸਾਹਮਣੇ, ਆਫਟਰ ਯੂਰ ਹੇਅਰ ਕੱਟ ਇਜ਼ ਕੰਪਲੀਟ ਹੀ ਔਰ ਸ਼ੀ ਹੋਲਡ ਏ ਮਿਰਰ ਬਿਹਾਈਂਡ ਯੂ ਐਂਡ ਯੂ ਸੀ ਦਾ ਹੇਅਰ ਡੈਟ ਹੈਜ਼ ਕੱਟ। ਪਿੱਛੋਂ ਤੁਹਾਨੂੰ ਆਪਣੀ ਧੌਣ ਦੇ ਵਾਲ ਕੱਟੇ ਨਜ਼ਰ ਆ ਜਾਂਦੇ ਆ। ਸੋ ਇਹਨੂੰ ਅਸੀਂ ਕਹਿੰਦੇ ਹਾਂ ਜੀ ਰਿਫਲੈਕਟਡ ਲਾਈਟ ਨੂੰ ਦੁਬਾਰਾ ਰਿਫਲੈਕਟ ਕੀਤਾ। ਯਾਨੀ ਇਹਦੇ ਵਿੱਚ ਪਹਿਲੇ ਸ਼ੀਸ਼ੇ 'ਚ ਪੈ ਰਹੀ ਹੈ, ਉਹ ਰਿਫਲੈਕਟ ਹੋ ਕੇ ਫਿਰ ਦੂਸਰੇ ਸ਼ੀਸ਼ੇ 'ਚ ਪੈ ਰਹੀ ਹੈ, ਫਿਰ ਤੁਹਾਨੂੰ ਨਜ਼ਰ ਆ ਰਹੀ ਹੈ। ਇਹਨੂੰ ਅਸੀਂ ਡਬਲ ਰਿਫਲੈਕਸ਼ਨ ਕਹਿੰਦੇ ਹਾਂ। ਪਹੇਲੀ ਰਿਕਾਲ ਕਰਦੀ ਹੈ ਕਿ ਉਹਨੇ ਪੈਰੀਸਕੋਪ ਬਣਾਇਆ ਸੀ 6ਵੀਂ ਕਲਾਸ ਦੇ ਵਿੱਚ। ਸੋ ਪੈਰੀਸਕੋਪ ਜੋ ਹੈ, 2 ਪਲੇਨ ਮਿਰਰ ਹੁੰਦੇ ਨੇ, ਇਹ ਸਾਨੂੰ ਲਾ ਆਫ ਰਿਫਲੈਕਸ਼ਨ ਦੱਸ ਦਿੰਦੀਆਂ ਨੇ। ਪੈਰੀਸਕੋਪ ਸਬਮਰੀਨ ਜੋ ਨੇ, ਸਮੁੰਦਰੀ ਜਹਾਜ਼ ਯੂਜ਼ ਕਰਦੇ ਨੇ, ਟੈਂਕ ਦੇ ਸੋਲਜਰ ਯੂਜ਼ ਕਰਦੇ ਨੇ ਬੰਕਰ ਦੇ ਵਿੱਚ ਬਾਹਰੋਂ ਚੀਜ਼ਾਂ ਦੇਖਣ ਦੇ ਲਈ। ਸੋ ਪੈਰੀਸਕੋਪ ਤੁਸੀਂ ਦੇਖਿਆ ਹੋਏਗਾ। ਸੋ ਮਲਟੀਪਲ ਇਮੇਜ ਵੀ ਕਈ ਵਾਰ ਬਣਦੇ ਆ। ਸੋ ਮਿਰਰ ਫੋਰਮ ਓਨਲੀ ਸਿੰਗਲ ਇਮੇਜ। ਕਈ ਵਾਰ ਇੱਕ ਸ਼ੀਸ਼ਾ ਇੱਕ ਇਮੇਜ ਬਣਾਉਂਦਾ, ਬਟ ਅਸੀਂ ਸ਼ੀਸ਼ੇ ਜੋੜ ਕੇ ਕਈ ਇਮੇਜ ਬਣਾ ਸਕਦੇ ਹਾਂ। ਸੋ ਇਹ ਇੱਕ ਐਕਟੀਵਿਟੀ ਹੈ ਜੀ। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਮਿਰਰ ਲੈਣੇ ਹੈ, ਉਹਨਾਂ ਨੂੰ ਜੋੜਤਾ ਇੱਥੇ ਚੇਪੀ ਲਗਾ ਕੇ ਸਾਈਡ 'ਤੇ, ਉਹਦੇ ਸੈਂਟਰ ਦੇ ਵਿੱਚ ਇੱਕ ਚੀਜ਼ ਰੱਖਣੀ ਹੈ, ਕੋਇਨ ਰੱਖਿਆ, ਉਸ ਅਲੱਗ-ਅਲੱਗ ਇਮੇਜ ਨਜ਼ਰ ਆਉਣਗੇ। ਇੱਥੇ 4 ਇਮੇਜ ਨਜ਼ਰ ਆ ਰਹੇ, ਕਿਉਂਕਿ ਇੱਕ ਸ਼ੀਸ਼ੇ ਦੀ ਲਾਈਟ ਪਰਿਵਰਤ ਹੋ ਕੇ ਦੂਸਰੇ 'ਚ ਪੈ ਰਹੀ ਹੈ, ਫਿਰ ਤੀਸਰੇ 'ਚ ਪੈ ਰਹੀ ਹੈ। ਸੋ ਇਸ ਤਰੀਕੇ ਨਾਲ ਮਲਟੀਪਲ ਇਮੇਜ ਬਣ ਜਾਂਦੇ ਹਨ। ਹੁਣ ਜਿਹੜੇ ਇਹਦੇ ਹਿੰਜ ਹੈ ਮਿਰਰ ਦੇ, ਉਹਨਾਂ ਨੂੰ ਅਸੀਂ ਅਡੇਸ ਕਰਤਾ ਐਂਗਲ 'ਤੇ, ਇੱਕ ਪਰਟੀਕੂਲਰ ਐਂਗਲ ਦੇ ਜੋੜਨੇ ਦੇ ਕੋਣੇ ਸ਼ੀਸ਼ੇ ਦੇ। ਇਸ ਤਰੀਕੇ ਜਾਂ ਇੱਥੇ 3 ਜਾਂ 4 ਸ਼ੀਸ਼ੇ ਲਗਾ ਸਕਦੇ ਹਾਂ। ਠੀਕ ਹੈ ਜੀ, ਇੱਕ ਐਂਗਲ 'ਤੇ। ਇੱਥੇ ਅਸੀਂ ਜਿਹੜਾ ਸਿੱਕਾ ਰੱਖਾਂਗੇ, ਫਿਰ ਅਸੀਂ ਸ਼ੀਸ਼ੇ ਦੇ ਵਿੱਚ ਦੇਖਾਂਗੇ, ਸਾਨੂੰ ਕਈ ਇਹਦੇ ਪਰਛਾਵੇਂ ਨਜ਼ਰ ਆਉਣਗੇ। ਸਿੱਕਾ ਇੱਕ ਹੀ ਹੈ, ਚੀਜ਼ ਇੱਕ ਹੀ ਹੈ, ਪਰ ਉਹਦੇ ਪਰਛਾਵੇਂ ਅਲੱਗ-ਅਲੱਗ ਨੇ। ਠੀਕ ਹੈ ਜੀ। ਉਹਦੇ ਬਾਅਦ ਇੱਕ ਐਕਟੀਵਿਟੀ ਹੈ ਕਲੀਡੋਸਕੋਪ। ਕੈਲੀਡੋਸਕੋਪ ਕਿੱਦਾਂ ਬਣਦਾ, ਇਹਦੇ ਵਾਸਤੇ ਅਸੀਂ 3 ਸ਼ੀਸ਼ੇ ਲੈਣੇ ਆ ਮਿਰਰ, 15 ਸੈਂਟੀਮੀਟਰ ਲੰਬੇ ਅਤੇ 4 ਸੈਂਟੀਮੀਟਰ ਚੌੜੇ। ਫਿਰ ਇਹਨਾਂ ਨੂੰ ਅਸੀਂ ਜੋੜ ਦੇਣਾ ਇੱਕ ਇਹਦੀ ਤਰ੍ਹਾਂ, ਜਿਸ ਤਰ੍ਹਾਂ ਇੱਕ ਪ੍ਰਿਜ਼ਮ ਹੁੰਦਾ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਜੋੜਦਾ। ਫਿਕਸ ਦੇਮ ਕਰਤਾ, ਸਰਕੂਲਰ ਫੋਮ ਇਹ ਪ੍ਰਿਜ਼ਮ ਦੀ ਤਰ੍ਹਾਂ ਨੂੰ ਬਣਾਤਾ। ਪ੍ਰਿਜ਼ਮ ਤੁਸੀਂ ਦੇਖਿਆ। ਫਿਰ ਅਸੀਂ ਕੀ ਕਰਨਾ, ਇੱਕ ਲੌਂਗਰ ਟਿਊਬ ਲੈ ਲੈਣੀ ਆ, ਉਹਦੇ ਵਿੱਚ ਇਹਨੂੰ ਫਿੱਟ ਕਰ ਦੇਣਾ। ਜਿਹੜਾ ਅੱਪਰ ਕਾਰਡਬੋਰਡ ਰੱਖਣਾ, ਉਹਦੇ ਉੱਪਰ ਜਿਹੜਾ ਜਿੱਥੋਂ ਫਿਕਸ ਕਰਨਾ ਉਹਦੇ ਵਿੱਚ ਛੋਟਾ ਜਿਹਾ ਸ਼ੇਕ ਕਰ ਦੇਣਾ, ਜਿਹਦੇ ਵਿੱਚ ਤੁਸੀਂ ਦੇਖਣਾ ਹੈ। ਠੀਕ ਹੈ। ਥੱਲੇ ਇਹਨੂੰ ਟਰਾਂਸਪੇਰੈਂਟ ਸ਼ੀਟ ਦੇ ਨਾਲ ਕਵਰ ਕਰ ਦੇਣਾ ਹੈ। ਉਹਦੇ ਬਾਅਦ ਜਿਹੜਾ ਇਹਦਾ ਲੋਅਰ ਸਾਈਡ ਹੈ, ਕਲੋਜ਼ ਵਨ ਐਂਡ ਆਫ ਟਿਊਬ ਬਾਈ ਕਾਰਡਬੋਰਡ ਡਿਸਕ ਹੈਵਿੰਗ ਏ ਹੋਲ ਐਂਡ ਟੂ ਮੇਕ ਦਾ ਡਿਸਕ ਡਿਊਰੇਬਲ ਪੇਸਟ ਏ ਪੀਸ ਆਫ ਟਰਾਂਸਪੇਰੈਂਟ ਪਲਾਸਟਿਕ ਸ਼ੀਟ ਅੰਡਰ ਦਾ ਕਾਰਡਬੋਰਡ ਡਿਸਕ। ਉਹਦੇ ਬਾਅਦ ਐਟ ਦਾ ਅਦਰ ਐਂਡ ਟਚਿੰਗ ਦਾ ਮਿਰਰ ਫਿਕਸ ਏ ਸਰਕੂਲਰ ਪਲੇਨ ਗਲਾਸ। ਥੱਲੇ ਇੱਕ ਪਲੇਨ ਗਲਾਸ ਫਿਕਸ ਕਰ ਦੇਣਾ। ਉੱਥੇ ਤੁਸੀਂ ਪਲੇਸ ਦਿਸ ਗਲਾਸ ਪਲੇਟ ਸੈਵਰਲ ਸਮਾਲ ਪੀਸ ਆਫ ਦਾ ਕਲਰਡ ਗਲਾਸ। ਛੋਟੇ ਛੋਟੇ ਗਲਾਸ ਦੇ ਟੁਕੜੇ ਰੱਖਣੇ ਹੈ। ਫਿਰ ਅਸੀਂ ਇਹਦੇ ਵਿੱਚ ਅਲੋ ਐਨਫ ਸਪੇਸ ਫਾਰ ਦਾ ਕਲਰਡ ਪੀਸਿਸ ਟੂ ਮੂਵ ਅਰਾਊਂਡ। ਸੋ ਇਹਦੇ ਵਿੱਚ ਜਿਹੜੇ ਟੁਕੜੇ ਜਿਹੜੇ ਮੂਵ ਕਰ ਸਕਣ, ਯਾਨੀ ਜਿਹੜਾ ਹਲਕਾ ਹਿੱਸਾ ਹੈ
ਇਹਦੇ ਵਿੱਚ ਅਸੀਂ ਸ਼ੀਸ਼ੇ ਦੇ ਟੁਕੜੇ ਰੱਖਦੇ ਇੱਕ ਸਾਈਡ ਤੇ, ਉਹਨੂੰ ਉੱਥੋਂ ਕਵਰ ਕਰਤਾ। ਜਿਹੜਾ ਉੱਪਰਲਾ ਹਿੱਸਾ ਹੈ ਉਹਦਾ ਜਿਹੜਾ ਅੱਪਰ ਜਿਹੜਾ ਲਿਡ ਲਗਾਉਣਾ ਹੈ ਉਹਦੇ ਗੱਬੇ ਇੱਕ ਹੋਲ ਕਰ ਦੇਣਾ, ਠੀਕ ਹੈ ਨਾ। ਹੁਣ ਕੀ ਹੈ, ਜਦੋਂ ਤੁਸੀਂ ਦੇਖੋਗੇ ਇਸ ਹੋਲ ਦੇ ਥਰੂ ਯੂ ਸੀ ਦਾ ਵੈਰਾਈਟੀ ਆਫ ਪੈਟਰਨ, ਤੁਹਾਨੂੰ ਟਿਊਬ ਦੇ ਵਿੱਚ ਕਈ ਤਰ੍ਹਾਂ ਦੇ ਪੈਟਰਨ ਨਜ਼ਰ ਆਉਣਗੇ। ਇੰਟਰਸਟਿੰਗ ਫੀਚਰ ਹੈ ਕਲੈਡੋਸਕੋਪ, ਯੂ ਨੈਵਰ ਸੀ ਦਾ ਸੇਮ ਪੈਟਰਨ ਅਗੇਨ। ਇਹਦੇ ਵਿੱਚ ਤੁਹਾਨੂੰ ਇੱਕ ਤਰ੍ਹਾਂ ਦਾ ਇਮੇਜ ਦੁਆਰੇ ਨਜ਼ਰ ਕਦੀ ਵੀ ਨਹੀਂ ਆਏਗਾ, ਤਾਂ ਇਹ ਬੜਾ ਇੰਟਰਸਟਿੰਗ ਹੈ। ਸੋ ਇਟ ਇज़ ਦਾ ਕੰਪਲੈਕਸ ਟਾਈਪ ਆਫ ਰਿਫਲੈਕਸ਼ਨ। ਕਲੈਡੋਸਕੋਪ ਜੋ ਹੈ ਕੰਪਲੈਕਸ ਰਿਫਲੈਕਸ਼ਨ ਦੱਸਦਾ ਹੈ, ਕਈ ਐਂਗਲ ਤੋਂ ਜਿਹੜੀ ਹੈ ਡਿਫਰੈਂਟ ਐਂਗਲ, ਅਲੱਗ-ਅਲੱਗ ਸ਼ੇਪ ਹੈ ਕੱਚ ਦੇ ਟੁਕੜਿਆਂ ਦੀ, ਤੋਂ ਅਲੱਗ-ਅਲੱਗ ਤਰ੍ਹਾਂ ਦੀ ਰਿਫਲੈਕਸ਼ਨ ਹੋਏਗੀ ਇਹ 'ਚ। ਸਨਲਾਈਟ ਵਾਈਟ ਔਰ ਕਲਰ, ਸੂਰਜ ਦੀ ਰੋਸ਼ਨੀ ਕਲਰ ਹੁੰਦੀ ਹੈ ਜਾਂ ਵਾਈਟ ਹੁੰਦੀ ਹੈ। ਬਟ ਜੇ ਇਹਦੇ ਬਾਰੇ ਸਮਝਾਂਗੇ, ਵਟ ਇਜ਼ ਇਨਸਾਈਡ ਆਵਰ ਆਈ, ਸਾਡੀ ਅੱਖ ਦੇ ਵਿੱਚ ਕੀ ਹੈ ਜਿਹਨਾਂ ਅਸੀਂ ਦੇਖਦੇ ਹਾਂ। ਆਈ ਜਿਹੜਾ ਸਭ ਤੋਂ ਇੰਪੋਰਟੈਂਟ ਸੈਂਸ ਔਰਗਨ ਹੈ, ਸੋ ਇੰਪੋਰਟੈਂਟ ਹੈ ਚੀਜ਼ਾਂ ਨੂੰ ਦੇਖਣਾ, ਇਹਦਾ ਸਟਰਕਚਰ ਸਮਝਣਾ ਬੜਾ ਜ਼ਰੂਰੀ ਹੈ। ਆਈ ਇੱਕ ਸਫੈਰੀਕਲ ਗੋਲ ਸ਼ੇਪ ਦਾ ਅੰਗ ਹੈ। ਬਾਹਰਲੀ ਜਿਹੜੀ ਇਹਦੀ ਕਵਰਿੰਗ ਹੈ ਵਾਈਟ ਹੈ, ਟਫ ਹੈ, ਇਹ ਪ੍ਰੋਟੈਕਟ ਕਰਦੀ ਹੈ ਅੰਦਰਲੀ ਜਿਹੜੀ ਅੱਖ ਹੈ ਉਹਨੂੰ ਦੁਰਘਟਨਾ ਤੋਂ। ਇਹ ਟਰਾਂਸਪੇਰੈਂਟ ਹੁੰਦੀ ਹੈ। ਸੋ ਇਹਨੂੰ ਇੱਥੇ ਦੇਖੋ ਤੁਸੀਂ, ਲਾਈਟ ਨੂੰ ਜੇ ਸਮਝਣਾ ਹੈ, ਡਿਸਪਰਸ਼ਨ ਆਫ ਲਾਈਟ ਦੀ ਗੱਲ ਕੀਤੀ ਹੈ। ਲਾਈਟ ਨੂੰ ਜਦੋਂ ਪ੍ਰਿਜ਼ਮ 'ਚੋਂ ਗੁਜ਼ਾਰਦੇ ਹਾਂ ਤਾਂ ਲਾਈਟ ਆਪਣੇ 7 ਰੰਗਾਂ 'ਚ ਹੀ ਟੁੱਟ ਜਾਂਦੀ ਹੈ। ਰੇਨਬੋ ਤੁਸੀਂ ਦੇਖਿਆ ਹੋਣਾ। ਤੋਂ ਉੱਪਰ ਜੋ ਤੁਹਾਨੂੰ ਇੱਥੇ ਪੁੱਛਿਆ ਕਿ ਲਾਈਟ ਵਾਈਟ ਹੁੰਦੀ ਹੈ ਜਾਂ ਰੰਗਾਂ ਦੀ ਬਣੀ ਹੁੰਦੀ ਹੈ। ਲਾਈਟ ਨੂੰ ਜਦੋਂ ਪ੍ਰਿਜ਼ਮ ਤੋਂ ਗੁਜ਼ਾਰਾਂਗੇ ਜਾਂ ਪਾਣੀ ਦੀ ਬੂੰਦ ਤੋਂ ਗੁਜ਼ਾਰਦੇ ਹਾਂ ਲਾਈਟ ਨੂੰ, ਅਤੇ ਉਹ ਲਾਈਟ ਜਿਹੜੀ ਹੈ 7 ਰੰਗ 'ਚ ਟੁੱਟ ਜਾਂਦੀ ਹੈ। ਇਹਨੂੰ ਕਹਿੰਦੇ ਡਿਸਪਰਸ਼ਨ ਆਫ ਲਾਈਟ। ਸੋ ਅੱਖ ਦੇ ਅਲੱਗ-ਅਲੱਗ ਹਿੱਸੇ ਆ, ਤੁਸੀਂ ਇਹ ਦੇਖ ਲਓ ਜੀ। ਅੱਖ ਦੇ ਵਿੱਚ ਇਹ ਬਾਹਰੋਂ ਨਜ਼ਰ ਆ ਰਹੀ ਹੈ, ਅੰਦਰੋਂ ਸੰਬਟ ਗੋਲ ਹੁੰਦੀ ਹੈ। ਇਹ ਬਾਹਰਲਾ ਹਿੱਸਾ ਇਹਨੂੰ ਸਿਕਲੇਰੋਟਿਕ ਕਹਿੰਦੇ ਆ। ਬਾਕੀ ਇਹਦੇ ਸਿਲਰੀ ਮਸਲ ਹੈ ਜਿਹਦੇ ਵਿੱਚ ਲੈਂਸ ਕਵਰ ਹੋਇਆ। ਬਾਹਰ ਆਈਰਿਸ ਹੈ, ਆਈਰਿਸ ਦੇ ਮਸਲ ਘੱਟ ਜਾਂ ਵੱਧ ਹੋ ਕੇ ਲੈਂਸ ਨੂੰ ਚੌੜਾ ਜਾਂ ਲੰਬਾ ਕਰ ਦਿੰਦੇ ਨੇ। ਐਂਡ ਵਿੱਚ ਆਪਟਿਕ ਨਰਵਸ ਹੁੰਦੀਆਂ ਨੇ, ਠੀਕ ਹੈ। ਇਹਨੂੰ ਅਸੀਂ ਬਲਾਈਂਡ ਸਪੋਟ ਕਹਿੰਦੇ ਹਾਂ। ਸੋ ਇੱਥੇ ਜਿਹੜਾ ਸਿੱਧੀ ਲਾਈਟ ਜਿੱਥੇ ਫਿਕਸ ਹੁੰਦੀ ਹੈ ਇਹਨੂੰ ਅਸੀਂ ਜੈਲੋ ਸਪੋਟ ਕਹਿੰਦੇ ਹਾਂ। ਕਲਰਡ ਏਰੀਆ ਹੁੰਦਾ ਹੈ, ਇੱਥੇ ਲਾਈਟ ਜਿਹੜੀ ਹੈ ਪੈਂਦੀ ਹੈ, ਫਿਰ ਇੱਥੋਂ ਲਾਈਟ ਜਿਹੜੀ ਹੈ ਅੰਦਰ ਜਾਂਦੀ ਹੈ, ਠੀਕ ਹੈ। ਸੋ ਇਹ ਤੁਸੀਂ ਇਹਦੇ ਹਿੱਸੇ ਪੜ੍ਹ ਲਏ ਆ। ਸਭ ਤੋਂ ਅੰਦਰਲਾ ਹਿੱਸਾ ਇਹਦਾ ਰੈਟੀਨਾ ਹੈ। ਰੈਟੀਨਾ ਦੇ ਵਿੱਚ ਕਾਫੀ ਨਾੜੀ ਸੈੱਲ ਹੁੰਦੇ ਆ। ਸੋ ਜਿਹੜੀ ਲਾਈਟ ਦੀ ਸੈਂਸੇਸ਼ਨ ਇੱਥੇ ਪੈਂਦੀ, ਫਿਰ ਬ੍ਰੇਨ ਨੂੰ ਜਾਂਦੀ ਹੈ ਆਪਟਿਕ ਨਰਵਸ। ਜਿਹੜੀਆਂ ਆਪਟਿਕ ਨਰਵਸ ਸਾਡੀਆਂ ਅੱਖਾਂ ਤੋਂ ਜਾਂਦੀਆਂ ਬ੍ਰੇਨ ਨੂੰ, ਉਹ ਫਿਰ ਪਰਛਾਵੇਂ ਨੂੰ ਸਮਝਾਉਂਦੀਆਂ ਪਰਛਾਵਾਂ ਹੈ ਕੀ ਹੈ। ਕੋਨ ਵਿੱਚ ਐਸੈਂਸ਼ੀਅਲ ਤੋਂ ਬ੍ਰਾਈਟ ਲਾਈਟ, 2 ਤਰ੍ਹਾਂ ਦੇ ਇੱਥੇ ਸੈੱਲ ਹੁੰਦੇ ਆ, ਕੋਨ ਸੈੱਲ ਅਤੇ ਰੋਡ ਸੈੱਲ। ਕੋਨ ਸੈੱਲ ਕਲਰ ਵਿਜ਼ਨ ਦਿੰਦੇ ਆ, ਰੋਡ ਸੈੱਲ ਜਿਹੜੇ ਸਾਨੂੰ ਰਾਤ ਵਿੱਚ ਡਿਮ ਲਾਈਟ 'ਚ ਦੇਖਣ 'ਚ ਹੈਲਪ ਕਰਦੇ ਆ। ਸੋ ਪਿੱਛੇ ਜਿੱਥੇ ਨਰਵਸ, ਜਿਸ ਜਗ੍ਹਾ 'ਤੇ ਕੋਨ ਜਾਂ ਰੋਡ ਸੈੱਲ ਨਹੀਂ ਹੁੰਦੇ, ਉਹਨੂੰ ਅਸੀਂ ਬਲਾਈਂਡ ਸਪੋਟ ਦਾ ਨਾਮ ਦਿੰਦੇ ਹਾਂ, ਠੀਕ ਹੈ ਜੀ। ਸੋ ਇਹਦਾ ਹੈਗਾ ਜੀ ਲਾਈਟ ਦਾ ਬਲਾਈਂਡ ਸਪੋਟ। ਅਸੀਂ ਕਿਸ ਤਰ੍ਹਾਂ ਦੇਖਾਂਗੇ ਜੀ, ਇਹ 'ਚ ਦੇਖ ਸਕਦੇ ਹੋ। ਲੁੱਕ ਐਟ ਯੂਰ ਫਰੈਂਡਸ ਆਈ, ਆਪਣੇ ਦੋਸਤ ਦੀ ਅੱਖ ਵੱਲ ਦੇਖੋ ਤੁਸੀਂ। ਇਹਦੇ ਵਿੱਚ ਛੋਟਾ ਇੱਕ ਕਾਲਾ ਨਜ਼ਰ ਆਊਗਾ ਤੁਹਾਨੂੰ ਪਿਊਪਲ। ਥਰੂ ਲਾਈਟ ਔਨ ਹਰ ਆਈ, ਟੋਰਚ ਦੀ ਅੱਖ 'ਤੇ ਲਾਈਟ ਪਾਓਗੇ, ਤੁਸੀਂ ਦੇਖੋਗੇ ਪਿਊਪਲ ਜਿਹੜਾ ਹੈ, ਜਦੋਂ ਲਾਈਟ ਫਿਰ ਬੰਦ ਕਰ ਦਿਓ ਟਾਰਚ ਨੂੰ, ਫਿਰ ਪਿਊਪਲ ਜਿਹੜਾ ਤੁਹਾਨੂੰ ਸੁੰਗੜਦਾ ਨਜ਼ਰ ਆਏਗਾ। ਪਿਊਪਲ ਜੇ ਕਾਲਾ ਜਿਹੜਾ ਉਹਦੇ ਵਿੱਚ ਹਿੱਸਾ ਹੁੰਦਾ ਅੱਖ ਦਾ, ਤੁਹਾਨੂੰ ਸੁੰਗੜਦਾ ਨਜ਼ਰ ਆਏਗਾ, ਠੀਕ ਹੈ ਜੀ। ਇਨ ਵਿਚ ਕੇਸ ਡੂ ਯੂ ਸੀ ਦਾ ਅਲੋ ਮੋਰ ਲਾਈਟ ਟੂ ਲਾਈਟ, ਜਦੋਂ ਜ਼ਿਆਦਾ ਲਾਈਟ ਪਾਓਗੇ ਤਾਂ ਉਹ ਜ਼ਿਆਦਾ ਸੁੰਗੜੇਗਾ। ਸੋ ਮੇਕ ਏ ਰਾਊਂਡ ਮਾਰਕ ਐਂਡ ਕਰੋਸ ਵਨ ਸ਼ੀਟ ਆਫ ਪੇਪਰ ਵਿਦ ਸਪੋਰਟ ਟੂ ਦਾ ਰਾਈਟ ਆਫ ਕਰੋਸ। The distance between the two mark may be 8 to 6 centimeter. Hold the sheet of paper at an arm length of eye. Close your left eye. Look continuously at cross. Move the sheet slowly toward you, keeping you see on the cross. What do you find? Does the round mark disappear at some point? No. Close your right eye. Look at the round mark. Allow to repeat the activity. Does the cross disappear? So the disappearance जो है of cross and round show that there is a point in the retina which cannot send the message to brain. So करना की है, एक वाइट पेपर लेना है, ਉਹਨੂੰ 6 ਜਾਂ 8 ਸੈਂਟੀਮੀਟਰ ਦੂਰੀ ਤੇ ਇੱਕ ਕ੍ਰੋਸ ਬਣਾ ਦੇਣਾ ਹੈ, ਇੱਕ ਅਸੀਂ ਕੀ ਬਣਾ ਦੇਣਾ ਹੈ, ਰਾਉਂਡ ਬਣਾ ਦੇਣਾ। ਫਿਰ ਇੱਕ ਅੱਖ ਆਪਣੀ ਇੱਕ ਸੱਜੀ ਅੱਖ ਬੰਦ ਕਰ ਦੇਣੀ, ਇੱਕ ਖੱਬੀ। ਜਦੋਂ ਬੰਦ ਕਰੋਗੇ ਪਹਿਲੇ ਤੁਸੀਂ ਰਾਉਂਡ ਦੇਖਣਾ ਹੈ ਇੱਕ ਅੱਖ 'ਤੇ, ਤੁਸੀਂ ਖੱਬੀ ਬੰਦ ਕਰੋਗੇ ਕ੍ਰੋਸ ਦੇਖਣਾ ਹੈ। ਤੁਹਾਨੂੰ ਵਿੱਚ ਰਾਉਂਡ ਜਿਹੜਾ ਉਹ ਖਤਮ ਹੋ ਜਾਏਗਾ, ਰਾਉਂਡ ਦਿਖਾਈ ਨਹੀਂ ਦੇਗਾ, ਇੱਕ ਵਾਰ ਤੁਹਾਨੂੰ ਕ੍ਰੋਸ ਦਿਖਾਈ ਨਹੀਂ ਦੇਗਾ। ਸੋ ਇਹਦੇ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਅੱਖ ਦਾ ਇੱਕ ਹਿੱਸਾ ਹੈ ਜੋ ਸਾਡੇ ਕਲਰ ਨੂੰ ਸੈਂਸ ਨਹੀਂ ਕਰਦਾ, ਤਾਂ ਉਹਨੂੰ ਅਸੀਂ ਬਲਾਈਂਡ ਸਪੋਟ ਕਹਿੰਦੇ ਹਾਂ। ਇਹ ਜਿਹੜਾ ਏਰੀਆ ਇਹ ਬਲਾਈਂਡ ਸਪੋਟ ਹੈ ਜੀ, ਠੀਕ ਹੈ। ਇਸੇ ਅਸੀਂ ਬਲਾਈਂਡ ਸਪੋਟ ਦੀ ਗੱਲ ਕਰਦੇ ਹਾਂ।
Impression of an image does not vanish immediately from retina. It passes there about 1/16 second. Image जो पैंदा है retina ते एकदम ख़त्म नहीं हुंदा. So if still images are moving, objects are flashed on eye at the rate faster than 16 second. The eye perceives this in moving. ਹੁਣ 1/16 ਹਿੱਸੇ ਸੈਕਿੰਡ ਤੱਕ ਰਹਿੰਦਾ ਹੈ. ਜੇ ਅਸੀਂ ਇਹਨੂੰ ਤੇਜ਼ ਇਮੇਜ ਘੁਮਾਉਂਦੇ ਜਾਵਾਂਗੇ ਤਾਂ ਸਾਨੂੰ ਮੂਵੀ ਨਜ਼ਰ ਆਏਗੀ. ਇਸ ਤਰ੍ਹਾਂ ਜਿਹੜੀ ਮੂਵੀ ਜਿਹੜੀ ਹੈ ਸਾਨੂੰ ਨਜ਼ਰ ਆਉਂਦੀ ਹੈ. ਸੋ ਦਾ ਮੂਵੀ ਡੈਟ ਵੀ ਸੀ ਆਰ ਐਕਚੁਅਲੀ ਨੰਬਰ ਆਫ ਸੈਪਰੇਟ ਪਿਕਚਰ. ਉਹ ਕਈ ਤਰ੍ਹਾਂ ਦੀ ਪਿਕਚਰ ਜਿਹੜੀਆਂ ਜੋੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਤੇਜ਼ ਜਦੋਂ ਘੁਮਾਇਆ ਜਾਂਦਾ ਅਤੇ ਉਹਦੇ ਵਿੱਚ 24 ਪਿਕਚਰ 1 ਸੈਕਿੰਡ 'ਚ ਘੁੰਮਦੀ ਹੈ. 16 ਸੈਕਿੰਡ ਦੇ ਨਾਲੋਂ ਫਾਸਟ ਹੈ. ਸੋ ਇਸ ਲਈ ਸਾਨੂੰ ਉਹਨੂੰ ਨਜ਼ਰ ਆਉਂਦਾ ਜਿੱਦਾਂ ਉਹ ਮੂਵੀ ਹੁੰਦੀ ਹੈ. ਸੋ ਨੇਚਰ ਹੈਜ਼ ਪ੍ਰੋਵਾਈਡਡ ਆਈ, ਇਹ 'ਚ ਆਈਲਿਡ ਹੈ ਜਿਹਦੇ ਨਾਲ ਸਾਡੀ ਅੱਖ 'ਤੇ ਆਈਲਿਡਸ ਹੁੰਦੇ ਆ, ਠੀਕ ਹੈ ਨਾ, ਜਿਹਨੂੰ ਅਸੀਂ ਭਰਵੱਟੇ ਕਹਿੰਦੇ ਆ. ਸੋ ਇਹਨਾਂ ਅੱਖਾਂ 'ਚ ਲਾਈਟ ਇੰਟਰ ਰੋਕਦਾ ਹੈ ਵੱਧ ਘੱਟ ਲਾਈਟਸ ਨੂੰ. ਆਈ ਇੱਕ ਬੜਾ ਵੰਡਰਫੁਲ ਇੰਸਟਰੂਮੈਂਟ ਹੈ ਜਿਹੜਾ ਨੇਚਰ ਨੇ ਦਿੱਤਾ ਹੈ. ਅਸੀਂ ਕਲੀਅਰ ਦੇਖ ਸਕਦੇ ਚੀਜ਼ਾਂ ਨੂੰ. ਸੋ ਦਾ ਮਿਨੀਮਮ ਡਿਸਟੈਂਸ ਐਸ ਵਿੱਚ ਆਈ ਕੈਨ ਸੀ ਡਿਸਟੈਂਸ ਜੇ ਕਲੀਅਰਲੀ ਦੇਖ ਸਕਦੇ ਹਾਂ ਉਹ 25 ਸੈਂਟੀਮੀਟਰ ਹੈ. 25 ਸੈਂਟੀਮੀਟਰ ਦੂਰੀ 'ਤੇ ਅਸੀਂ ਕੋਈ ਚੀਜ਼ ਸਾਫ਼ ਦੇਖ ਸਕਦੇ ਹਾਂ. ਸੋ ਪਰਸਨ ਕੈਨ ਸੀ ਦਾ ਆਬਜੈਕਟ ਕਲੋਜ਼ ਟੂ ਦੇਮ ਕਲੀਅਰਲੀ ਬਟ ਕੈਨ ਨੋਟ ਸੀ ਡਿਸਟੈਂਸ. ਦੂਰ ਦੀਆਂ ਚੀਜ਼ਾਂ ਨਹੀਂ ਦੇਖ ਸਕਦਾ, ਲਾਗਲੀਆਂ ਦੇਖ ਸਕਦਾ. ਔਨ ਦਾ ਅਦਰ ਹੈਂਡ ਸਮ ਪਰਸਨ ਕੈਨ ਨੋਟ ਸੀ ਕਲੋਜ਼ ਆਬਜੈਕਟ ਅਦਰ ਸੀ ਦਾ ਫਾਰ. ਕਈਆਂ ਨੂੰ ਅੱਖ 'ਚ ਪ੍ਰੋਬਲਮ ਹੁੰਦੀ ਹੈ, ਨੇੜੇ ਦੀਆਂ ਵਸਤੂਆਂ ਸਾਫ਼ ਦੇਖ ਸਕਦੇ ਆ, ਦੂਰ ਦੀਆਂ ਨਹੀਂ. ਉਹਨੂੰ ਕਹਿੰਦੇ ਨਿਕਟ ਦ੍ਰਿਸ਼ਟੀ ਰੋਗ, ਠੀਕ ਹੈ. ਕਈ ਦੂਰ ਦੀਆਂ ਸਾਫ਼ ਦੇਖਦੇ, ਨੇੜੇ ਦੀਆਂ ਨੂੰ ਕਹਿੰਦੇ ਦੀਰਘ ਦ੍ਰਿਸ਼ਟੀ ਰੋਗ, ਮਾਈਓਪੀਆ ਅਤੇ ਹਾਈਪਰਮੈਟਰੋਪੀਆ. ਸੋ ਇਹ ਬਿਮਾਰੀਆਂ ਨੇ, ਇਹ ਅਗਲੇ ਲੈਸਨ 'ਚ ਅਸੀਂ ਪੜ੍ਹਾਂਗੇ. ਅੱਖਾਂ ਦੀ ਕੇਅਰ ਅਸੀਂ ਕਿਸ ਤਰ੍ਹਾਂ ਕਰਨੀ ਹੈ ਜੀ. ਸੂਟੇਬਲ ਚਸ਼ਮੇ ਲਗਾਓ ਜੀ, ਠੀਕ ਹੈ. ਲਾਈਟ ਜ਼ਿਆਦਾ ਅੱਖਾਂ 'ਚ ਪੈਣ ਨਾ ਦੇਵੋ ਅਤੇ ਅੱਖਾਂ ਦੀ ਪ੍ਰੋਪਰ ਸਫਾਈ ਕਰਨੀ ਚਾਹੀਦੀ ਹੈ ਜੀ. ਬਾਕੀ ਤੁਸੀਂ ਦੇਖ ਸਕਦੇ ਜੀ, ਇਹ ਇੱਥੇ ਬਟਰਫਲਾਈ ਦੀ ਗੱਲ ਕੀਤੀ ਹੈ. ਐਨੀਮਲ ਹੈਵ ਆਈ ਸ਼ੇਪਡ ਇਨ ਡਿਫਰੈਂਟ ਵੇ. ਆਈਜ਼ ਆਫ ਕਰੈਬ ਆਰ ਕੁਆਇਟ ਸਮਾਲ ਬਟ ਦੇ ਆਰ ਕੈਪੇਬਲ ਆਫ ਕਰੈਬ ਟੂ ਲੁੱਕ ਆਲ ਰਾਊਂਡ. ਸੋ ਦਾ ਕਰੈਬ ਕੈਨ ਸੈਂਸ ਈਵਨ ਇਨ ਐਨਮੀ ਅਪਰੋਚ ਫਰੋਮ ਬਿਹਾਈਂਡ. ਯਾਨੀ ਅਸੀਂ ਆਪਣੀ ਅੱਖਾਂ ਪਿੱਛੇ ਨਹੀਂ ਘੁਮਾਈ ਸਕਦੇ, ਪਰ ਕਈ ਇੱਦਾਂ ਦੇ ਜੀਵ ਹੈ ਨੇਚਰ ਨੇ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਆਪਣੀ ਅੱਖਾਂ ਪਿੱਛੇ ਵੀ ਘੁਮਾ ਸਕਦੇ. ਜਿੱਦਾਂ ਉੱਲੂ ਵੀ ਦੇਖ ਸਕਦਾ ਹੈ ਤਾਂ ਆਪਣੇ ਪਿੱਛੇ ਸ਼ਿਕਾਰ ਦੇਖ ਸਕਦੇ. ਜਿਹੜੀ ਤਿੱਤਲੀ ਇੱਥੇ ਦੱਸੀ ਗਈ ਹੈ ਉਹਦੀ ਅੱਖਾਂ ਜਿਹੜੀਆਂ ਕਾਫੀ ਛੋਟੇ ਛੋਟੇ ਲੈਂਸ ਤੋਂ ਬਣੀਆਂ ਹੁੰਦੀਆਂ. ਸੋ ਇਹ 3D ਇਮੇਜ ਜਿਹੜੀਆਂ ਦੇਖ ਸਕਦੀਆਂ. ਆਉਲ ਜਿਹੜਾ ਰਾਤ ਨੂੰ ਦੇਖ ਸਕਦਾ ਹੈ ਜੀ, ਕਿਉਂਕਿ ਉਹਦੇ ਵਿੱਚ ਜਿਹੜੇ ਹੈ ਰੋਡ ਸੈੱਲ ਜ਼ਿਆਦਾ ਹੁੰਦੇ, ਕੋਨ ਸੈੱਲ ਨਹੀਂ ਹੁੰਦੇ. ਸੋ ਡੂ ਨੋਟ ਲੁੱਕ ਐਟ ਸਨ ਪਾਵਰਫੁਲ ਲਾਈਟ. ਜਿਹੜਾ ਸੂਰਜ ਨੂੰ ਤੇਜ਼ ਧੁੱਪ ਨਾਲ ਨਾ ਦੇਖੋ, ਅੱਖਾਂ ਨੂੰ ਮਤ ਮਲੋ, ਠੀਕ ਹੈ ਨਾ. ਐਂਡ ਡਾਕਟਰ ਦੇ ਕੋਲ ਜਾਓ ਜੇ ਪ੍ਰੋਬਲਮ ਹੈ. ਅੱਖਾਂ ਨੂੰ ਵਾਰ-ਵਾਰ ਸਾਫ਼ ਪਾਣੀ ਨਾਲ ਧੋਵੋ. ਹਮੇਸ਼ਾ ਜਿਹੜਾ ਨੇੜੇ ਤੋਂ ਚੀਜ਼ਾਂ ਨੂੰ ਦੇਖੋ, ਦੂਰ ਤੋਂ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ. ਵਿਜ਼ੂਅਲੀ ਚੈਲੰਜ ਪਰਸਨ ਕੈਨ ਰੀਡ ਐਂਡ ਰਾਈਟ. ਕਈ ਬੰਦੇ ਹੈ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ, ਉਹ ਫਿਰ ਵੀ ਪੜ੍ਹ ਸਕਦੇ. ਉਹਨਾਂ ਵਾਸਤੇ ਸਾਇੰਟਿਸਟ ਨੇ ਕੀ ਚੀਜ਼ਾਂ ਡਿਵੈਲਪ ਕੀਤੀਆਂ. ਸੋ ਸੱਚ ਪਰਸਨ ਆਈਡੈਂਟੀਫਾਈ ਥਿੰਗਸ ਬਾਈ ਟੱਚਿੰਗ. ਉਹਨੂੰ ਟੱਚ ਕਰ ਲੈਂਦੇ ਪੇਪਰ ਨੂੰ, ਲਿਸਨ ਕਰ ਲੈਂਦੇ ਵੋਇਸ ਨੂੰ, ਜਿਹੜੇ ਦੇਖ ਨਹੀਂ ਸਕਦੇ, ਠੀਕ ਹੈ ਨਾ. ਹੂ ਐਵਰ ਐਡੀਸ਼ਨਲ ਸੋਰਸਿਸ ਕੈਨ ਅਨੇਬਲ ਦੇਮ ਟੂ ਡਿਵੈਲਪ ਕੈਪੇਬਿਲਿਟੀ. ਸੋ ਇਹਦੇ ਵਿੱਚ ਦੱਸਿਆ ਗਿਆ ਹੈ ਨੋਨ ਆਪਟੀਕਲ ਏਡਸ ਇਨਕਲੂਡਿਡ ਵਿਜ਼ੂਅਲ ਏਜ, ਜਿਹੜੇ ਉਹ ਜਿਹੜੇ ਦੇਖ ਨਹੀਂ ਸਕਦੇ, ਠੀਕ ਹੈ ਨਾ. ਉਹਦੇ ਵਾਸਤੇ ਉਹਨਾਂ ਨੂੰ ਟੱਚ ਜਿਹੜਾ ਨੂੰ ਟੱਚ ਕਰਕੇ ਦੇਖ ਸਕਦੇ. ਆਡਿਟਰੀ ਸੁਣਾਇਆ ਜਾਂਦਾ ਉਹਨਾਂ ਬਾਰੇ. ਇਲੈਕਟ੍ਰੋਨਿਕ ਏਡਸ ਦੱਸੇ ਜਾਂਦੇ ਆ. ਵਿਜ਼ੂਅਲ ਏਡਸ ਕੈਨ ਮੈਗਨੀਫਾਈ ਵਰਡਸ ਐਂਡ ਕੈਨ ਪ੍ਰੋਵਾਈਡ ਸੁਟੇਬਲ ਇੰਟੈਂਸਿਟੀ ਆਫ ਲਾਈਟ ਔਰ ਮਟੀਰੀਅਲ ਐਟ ਪ੍ਰੋਪਰ ਡਿਸਟੈਂਸ. ਟੈਕਟਾਈਲ ਏਡ ਜਿਹੜੇ ਆ ਟੱਚ ਵਾਲੇ ਆ, ਜਿੱਦਾਂ ਇਹਦੇ ਵਿੱਚ ਇੱਕ ਬਰੇਲ ਹੈ. ਬਰੇਲ ਇੱਕ ਸਲੇਟ ਹੁੰਦੀ ਹੈ ਜਿਹਦੇ 'ਤੇ ਜਿਹੜੇ ਅੱਖਰ ਹਨ ਉਭਾਰ ਕੇ ਲਿਖਿਆ ਹੁੰਦਾ ਹੈ. ਫਿਰ ਜਿਹੜਾ ਅੱਖਾਂ ਤੋਂ ਅੰਧੇ ਪਰਸਨ ਹੈ ਉਹਨਾਂ ਨੂੰ ਟੱਚ ਕਰਕੇ ਦੇਖ ਸਕਦੇ. ਵਾਟ ਇਜ਼ ਦਾ ਬਰੇਲ ਸਿਸਟਮ. ਬਰੇਲ ਜਿਹੜਾ ਹੈ ਵਿਜ਼ੂਅਲੀ ਚੈਲੰਜ ਪਰਸਨ ਵਾਸਤੇ ਹੈ. ਲੋਇਸ ਬਰੇਲ ਜਿਹੜਾ ਹੈ ਉਹ ਵਿਜ਼ੂਅਲੀ ਚੈਲੰਜ ਪਰਸਨ ਸੀਗੇ, ਵਿਗਿਆਨਿਕ ਜਿਨ੍ਹਾਂ ਨੇ ਇਹਨੂੰ ਬਣਾਇਆ ਸੀਗਾ. ਸੋ ਬਰੇਲ ਜਿਹੜੀ ਹੈ ਇਹਦੇ ਵਿੱਚ 63 ਡਾਟ ਪੈਟਰਨ ਹੁੰਦੇ ਆ. ਈਚ ਜਿਹੜਾ ਕਰੈਕਟਰ ਹੈ ਰਿਪਰਜੈਂਟ ਲੈਟਰ. ਸੋ ਉਹਨਾਂ ਹਿਸਾਬ ਨਾਲ ਦੇਖ ਸਕਦੇ ਆ. ਜਿਸ ਤਰ੍ਹਾਂ ਸੀ ਹੈ 2 ਡਾਟ ਹੈ, ਸੀ ਹੋਏਗਾ, ਇੱਕ ਡਾਟ ਅਤੇ ਇੱਕ ਪਲੇਨ ਹੈ, ਏ ਹੋਏਗਾ. ਇਸ ਤਰ੍ਹਾਂ ਦੇਖ ਸਕਦੇ ਆ ਜੀ, ਠੀਕ ਹੈ ਜੀ. ਸੋ ਦਾ ਪ੍ਰੈਜੈਂਟ ਸਿਸਟਮ ਵਾਜ਼ ਅਡਾਪਟਡ ਇਨ 1932. ਦੇਅਰ ਇਜ਼ ਸੋ ਜੋ ਬਰੇਲ ਸਿਸਟਮ ਹੈ ਵਿਜ਼ੂਅਲੀ ਚੈਲੰਜ ਪਰਸਨ ਜੋ ਹੈ ਇਹਦੇ ਨਾਲ ਦੇਖ ਸਕਦੇ ਆ. So these pattern when embossed on the braille sheet help visually challenged person to recognize word by touching. So by touch they can recognize. So visually challenged people learn the brain system by beginning with letter. Then special character and the letter combination method depend on the recognition by touching. So each character has to be memorized. Braille exists. Text can be produced by hand or by machine.
ਸੋ ਬ੍ਰੇਲ ਜੋ ਹੈ ਇਹਨੂੰ ਮਸ਼ੀਨ ਦੇ ਨਾਲ ਵੀ ਬਣਾਇਆ ਜਾਂਦਾ ਹੈ। ਟਾਈਪ ਰਾਈਟਿੰਗ ਲਾਈਕ ਡਿਵਾਈਸ ਐਂਡ ਪ੍ਰਿੰਟਿੰਗ ਮਸ਼ੀਨ ਹੈਵ ਨੋ ਬੀਨ ਡਿਵੈਲਪ। ਸੋ ਟਾਈਪ ਰਾਈਟਰ ਵੀ ਇਸ ਤਰ੍ਹਾਂ ਦੇ ਬਣ ਗਿਆ ਜਿਹਦੇ ਨਾਲ ਵਿਜ਼ੂਅਲੀ ਚੈਲੰਜ ਪਰਸਨ ਲਿਖ ਸਕਦੇ ਹੈ। So this was all about today's chapter. So I hope students it is very much understood to you. So keywords ਉਹਦੇ ਵਿੱਚ ਤੁਸੀਂ ਪੜ੍ਹਿਆ angle of incidence, angle of reflection, blind spot, braille, cone, cornea, diffuse irregular reflection, dispersion, incidence ray, iris, kaleidoscope, lateral inversion, law of reflection, pupil, reflector ray, reflection, ਰੈਗੂਲਰ ਰਿਫਲੈਕਸ਼ਨ, ਰੈਟੀਨਾ ਰੋਡ। ਸੋ ਮੈਨੂੰ ਉਮੀਦ ਹੈ ਤੁਹਾਨੂੰ ਸਾਰੇ ਕਲੀਅਰ ਹੋ ਗਏ ਹੋਣਗੇ। ਸੋ ਜੇ ਇਹਦੇ ਵਿੱਚ ਕੋਈ ਡਾਊਟ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਸੋ ਤੁਸੀਂ ਚੈਪਟਰ ਦੇ ਵਿੱਚ ਸਿੱਖਿਆ ਹੈ ਲਾਈਟ ਜੋ ਹੈ ਰਿਫਲੈਕਟ ਹੁੰਦੀ ਹੈ ਸਾਰੀਆਂ ਸਰਫੇਸ ਤੋਂ। ਰੈਗੂਲਰ ਰਿਫਲੈਕਸ਼ਨ ਜੋ ਹੈ ਅਸੀਂ ਟੇਕ ਪਲੇਸ ਵੈਨ ਲਾਈਟ ਇੰਸੀਡੈਂਟ ਔਨ ਸਮੂਥ ਪੋਲਿਸ਼ ਐਂਡ ਰੈਗੂਲਰ ਸਰਫੇਸ। ਡਿਫਿਊਜ਼ ਇਰੈਗੂਲਰ ਰਿਫਲੈਕਸ਼ਨ ਜਿਹੜੀ ਹੈ ਰਫ ਸਰਫੇਸ ਤੋਂ ਹੁੰਦੀ ਹੈ। रिफ्लैक्शन के दो ला है एंगल ऑफ इंसीडेंस इक्वल टू एंगल ऑफ रिफ्लैक्शन। इंसीडेंस रे, रिफ्लैक्टेड रे एंड नॉर्मल जो है ऑलवेज लाई इन सेम प्लेन। इमेज फॉर्म्ड इन प्लेन जो मिरर है अंडरगो लेटरल इन्वर्जन। टू मिरर इनक्लाइन टू ईच अदर गिव मल्टीपल इमेज। दो शीशा जो असीं जोड़ दिए काफ़ी इमेज बन जाते हैं। ब्यूटीफुल पैटर्न आर फॉर्म्ड इन कलीडोस्कोप बिकॉज ऑफ मल्टीपल रिफ्लैक्शन। कलीडोस्कोप च तुहानूं पैटर्न अलग अलग नज़र आते हैं ड्यू टू मल्टीपल रिफ्लैक्शन। सन इज़ जी सनलाइट है वाइट है बट ये 7 कलर तो बनी होंगी है। स्पलिटिंग ऑफ लाइट नूं जदों असीं उहदे रंगां विच तोड़ दिंदे हां कहंदे डिस्पर्सन। इंपॉर्टेंट पार्ट ऑफ आई है कॉर्निया, आयरस, प्यूपल, लेंस, रेटिना, ऑप्टिक नर्व। ए नॉर्मल आई कैन सी नियर बाय एंड डिस्टेंस ऑब्जेक्ट। जिहड़ी तंदुरुस्त अख है उन्हां असीं दूरों ते नेड़े तो देख सकते हैं। विजुअली चैलेंज परसन है उन्हां वास्ते रीडिंग सिस्टम हुंदा ब्रेल। विजुअली चैलेंज परसन डिवैलप देयर अदर सेंस, होर सेंस डिवैलप हो जाती है, वो टच कर सकते हैं, सुन सकते हैं ज़्यादा। सो आई होप इट इज़ क्लीयर टू यू। सो मिलते हैं नैक्सट वीडियो दे विच, नैक्सट चैप्टर दे विच। थैंक यू वेरी मच फॉर वाचिंग दिस वीडियो। बेस्ट ऑफ लक।